ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਜਿਹੜਾ ਲੈਸਨ ਹੈ ਉਹ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10ਵੀਂ ਕਲਾਸ ਦੇ ਗਣਿਤ ਦਾ ਸਾਡੇ ਕੋਲ ਅਧਿਆਇ ਹੈ ਤ੍ਰਿਭੁਜ, ਜਿਸ ਦੀਆਂ ਦੋ ਥਿਊਰਮਸ ਜਿਹੜੀਆਂ ਮੂਲ ਸਮਾਨ ਅਨੁਪਾਤਾ ਥਿਊਰਮ ਤੇ ਸਮਰੂਪ ਤ੍ਰਿਭੁਜਾਂ ਦੇ ਖੇਤਰਫਲ ਵਾਲੀ ਥਿਊਰਮ ਆਪਾਂ ਪਹਿਲਾਂ ਕਰ ਚੁੱਕੇ ਹਾਂ। ਅੱਜ ਦੇ ਇਸ ਲੈਸਨ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ ਥਿਊਰਮ ਪਾਇਥਾਗੋਰਸ ਥਿਊਰਮ ਕਰਨ ਜਾ ਰਹੇ ਹਾਂ। ਪਾਇਥਾਗੋਰਸ ਥਿਊਰਮ ਦੀ ਪਰਿਭਾਸ਼ਾ ਤੋਂ ਲੈ ਕੇ ਸਿੱਧ ਕਰਨ ਤੱਕ ਹਰ ਇੱਕ ਸਟੈਪ ਨੂੰ ਅਸੀਂ ਬਹੁਤ ਚੰਗੇ ਢੰਗ ਦੇ ਨਾਲ ਸਮਝਣ ਦਾ ਯਤਨ ਕਰਾਂਗੇ। ਥਿਊਰਮ ਤੋਂ ਬਾਅਦ ਪ੍ਰਮੇਯ ਤੋਂ ਬਾਅਦ ਇਸੇ ਦੇ ਉੱਤੇ ਬੇਸਡ ਕੁਝ ਨਾ ਕੁਝ ਸਵਾਲ ਵੀ ਅਸੀਂ ਅੱਜ ਦੇ ਲੈਸਨ ਵਿੱਚ ਹੱਲ ਕਰਾਂਗੇ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਨੋਟਬੁੱਕ ਤੇ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਲੈ ਲਏ ਹੋਣਗੇ ਤਾਂ ਕਿ ਹਰ ਲੋੜੀਂਦੀ ਜਾਣਕਾਰੀ ਜਿਹੜੀ ਤੁਹਾਨੂੰ ਦੱਸੀ ਜਾਏ ਉਹਨੂੰ ਤੁਸੀਂ ਨੋਟ ਵੀ ਕਰ ਸਕੋ। ਠੀਕ ਹੈ ਵਿਦਿਆਰਥੀਓ, ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ। ਪਾਇਥਾਗੋਰਸ ਥਿਊਰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਹੋਰ ਪ੍ਰਮੇਯ, ਇੱਕ ਹੋਰ ਜਿਹੜਾ ਰੂਲ ਹੈ ਇੱਕ ਛੋਟਾ ਜਿਹਾ ਉਹ ਦੇਖਦੇ ਹਾਂ। ਜੇਕਰ ਕਿਸੇ ਸਮਕੋਣ ਤ੍ਰਿਭੁਜ ਦੇ ਸਮਕੋਣ ਵਾਲੇ ਸਿਖਰ ਤੋਂ ਕਰਨ ਉਤੇ ਲੰਬ ਖਿੱਚਿਆ ਜਾਵੇ ਤਾਂ ਇਸ ਲੰਬ ਦੇ ਦੋਵੇਂ ਪਾਸੇ ਬਣੇ ਤ੍ਰਿਭੁਜ ਮੂਲ ਤ੍ਰਿਭੁਜ ਦੇ ਸਮਰੂਪ ਹੁੰਦੇ ਹਨ ਅਤੇ ਆਪਸ ਵਿੱਚ ਵੀ ਸਮਰੂਪ ਹੁੰਦੇ ਹਨ। ਠੀਕ ਹੈ, ਤਾਂ ਇਹ ਸਾਡੇ ਕੋਲ ਕਥਨ ਕੀ ਕਹਿੰਦਾ ਹੈ? ਸਭ ਤੋਂ ਪਹਿਲਾਂ ਆਪਾਂ ਇਹ ਦੇਖ ਲੈਂਦੇ ਹਾਂ। ਸਾਡੇ ਕੋਲ ਇੱਕ ਸਮਕੋਣੀ ਤ੍ਰਿਭੁਜ ਹੈ, ਠੀਕ ਹੈ, तो मान लो ये साडे कोल एक समकोणी त्रिभुज ABC है और जिहदे विच इत्थे साडे कोल जिहड़ा समकोण बनदा है ABC। ठीक है, तो B तो जेकर असीं सामने वाली भुजा दे उत्ते करण दे उत्ते एक शिखर लंब खिंचदे हां, ठीक है, ये मान लो साडे कोल BD जिहड़ा शिखर लंब है AC दे उत्ते। तो इस प्रमेय के अनुसार समकोण वाले शिखर तो ਕਰਨ ਦੇ ਉੱਤੇ ਖਿੱਚਿਆ ਗਿਆ ਲੰਬ ਹੁਣ ਜਿਹੜੀਆਂ ਪੂਰੀ ਤ੍ਰਿਭੁਜ ਨੂੰ ਦੋ ਤ੍ਰਿਭੁਜਾਂ ਦੇ ਵਿੱਚ ਵੰਡ ਦਿੰਦਾ ਹੈ ਨਾ। ਇੱਕ ਸਾਡੇ ਕੋਲ ਇਹਦੇ ਵਿੱਚ ਤ੍ਰਿਭੁਜ ABC ਜਿਹੜੀ ਪੂਰੀ ਤ੍ਰਿਭੁਜ ਹੈ ਔਰ ਇੱਕ ਸਾਡੇ ਕੋਲ ਤ੍ਰਿਭੁਜ ADB ਬਣ ਗਈ ਹੈ ਔਰ ਦੂਸਰੀ ਤ੍ਰਿਭੁਜ ਸਾਡੇ ਕੋਲ BDC ਬਣ ਗਈ ਹੈ। ਠੀਕ ਹੈ, तो इस कथन के अनुसार ये दोनों ਜਿਹੜੀਆਂ ਤ੍ਰਿਭੁਜਾਂ ਬਣੀਆਂ ਨੇ ਆਪਸ ਦੇ ਵਿੱਚ ਵੀ ਸਮਾਨ ਸਮਰੂਪ ਨੇ ਤੇ ਇਹ ਦੋਨੋਂ ਤ੍ਰਿਭੁਜਾਂ ਪੂਰੀ ਤ੍ਰਿਭੁਜ ABC ਦੇ ਨਾਲ ਵੀ ਸਮਰੂਪ ਹੋਣਗੀਆਂ। तो ਆਪਾਂ ਇੱਥੇ ਲਿਖ ਸਕਦੇ कि त्रिभुज ADB समरूप है त्रिभुज ABC ਦੇ। ठीक है, इसी तरह ਅਸੀਂ ਲਿਖ ਸਕਦੇ ਹਾਂ ਕਿ त्रिभुज ABC त्रिभुज BDC ਦੇ ਸਮਰੂਪ ਹੈ ਅਤੇ ਇਹ ਦੋਨੋਂ ਤ੍ਰਿਭੁਜਾਂ ਕਿ त्रिभुज ADB ਅਤੇ त्रिभुज BDC ਇਹ ਵੀ ਆਪਸ ਦੇ ਵਿੱਚ ਸਮਰੂਪ ਨੇ, ਸਿਮਿਲਰ ਨੇ। ठीक है, तो इस चीज़ ਨੂੰ ਇਸ ਪ੍ਰਮੇय ਨੂੰ ਅਸੀਂ ਪਾਇਥਾਗੋਰਸ ਥਿਊਰਮ ਨੂੰ ਪ੍ਰੂਵ ਕਰਨ ਲਈ ਉਹਦੇ ਵਿੱਚ ਇਹਦੀ ਵਰਤੋਂ ਕਰਾਂਗੇ। ਠੀਕ ਹੈ, तो ਆਓ ਦੇਖਦੇ ਹਾਂ ਹੁਣ ਪਾਇਥਾਗੋਰਸ ਥਿਊਰਮ ਦੀ ਪਰਿਭਾਸ਼ਾ। ਸੋ ਪਾਇਥਾਗੋਰਸ ਥਿਊਰਮ ਦੀ ਪਰਿਭਾਸ਼ਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਮਕੋਣ ਤ੍ਰਿਭੁਜ ਵਿੱਚ ਕਰਨ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਠੀਕ ਹੈ, ਅਸੀਂ ਇੱਕ ਸਮਕੋਣੀ ਤ੍ਰਿਭੁਜ ਜਿਹੜੀ ਆ ਇਹਦੇ ਵਿੱਚ ਬਣਾਵਾਂਗੇ। ਸਭ ਤੋਂ ਪਹਿਲਾਂ तो ये साडे कोल एक त्रिभुज है समकोणी त्रिभुज ABC ਜਿਹਦੇ ਵਿੱਚ ਸਿਖਰ B ਤੇ ਜਿਹੜਾ ਸਮਕੋਣ ਸਾਡੇ ਕੋਲ ਬਣਦਾ ਹੈ। ਠੀਕ, ਸੋ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਦਿੱਤਾ ਹੈ ਇੱਕ त्रिभुज समकोणी त्रिभुज ABC ਦਿੱਤੀ ਗਈ ਹੈ ਜਿਹਦੇ ਵਿੱਚ ਜਿਹੜਾ ਕੋਣ B ਹੈ ਉਹ 90 ਡਿਗਰੀ ਹੈ। त्रिभुज ABC एक समकोणी त्रिभुज है जिस विच कोण B बराबर 90 डिग्री है। ठीक है, ये साडे कोल समकोणी त्रिभुज है जिहदे विच कोण B 90 डिग्री है ते सिद्ध असीं इहदे विच करना है
सिद्ध असी करना है कि समकोण ਦੇ ਸਾਹਮਣੇ ਵਾਲੀ ਜਿਹੜੀ ਭੁਜਾ ਹੈ ਭਾਵ ਕਰਨ ਹੈ ਕਰਨ ਦਾ ਵਰਗ ਦੂਜੀਆਂ ਦੋਨੋਂ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਸਮਾਨ ਹੈ ਭਾਵ AC square equals to AB square प्लस BC स्क्वायर। ठीक है, AC ਦਾ ਵਰਗ ਬਰਾਬਰ AB ਦਾ ਵਰਗ ਜਮਾ BC ਦਾ ਵਰਗ। ठीक है, तो ਇਹਦੇ ਵਿੱਚ ਅਗਲਾ ਸਟੈਪ ਸਾਡੇ ਕੋਲ ਹੋਏਗਾ ਰਚਨਾ। ਰਚਨਾ ਅਸੀਂ ਕਰਾਂਗੇ ਬਿੰਦੂ ਜਿਹੜਾ ਸਿਖਰ B ਹੈ B ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਅਸੀਂ ਸਿਖਰ ਲੰਬ ਜਿਹੜਾ ਉਹ ਖਿੱਚਾਂਗੇ। ठीक है, तो ਸਿਖਰ B ਤੋਂ ਕਰਨ AC ਦੇ ਉੱਤੇ ਲੰਬ ਜਿਹੜਾ ਅਸੀਂ ਖਿੱਚਾਂਗੇ। ठीक है, so BD ਸਿਖਰ ਲੰਬ AC ਖਿੱਚੋ। ठीक है, तो ਇਸ ਦੇ ਨਾਲ ਸਾਡੇ ਕੋਲ ਇਹ ਪਹਿਲੇ ਤਿੰਨ ਸਟੈਪ ਜਿਹੜੇ ਹੋ ਜਾਂਦੇ ਨੇ। ਡਾਇਗਰਾਮ ਵੀ ਅਸੀਂ ਬਣਾ ਲਈ ਹੈ ਤੇ ਉਸ ਤੋਂ ਬਾਅਦ ਹੁਣ ਅਗਲਾ ਜਿਹੜਾ ਸਟੈਪ ਹੈ ਸਾਡੇ ਕੋਲ ਉਹ ਪ੍ਰੂਫ ਦਾ ਆਏਗਾ, ਸਬੂਤ। ਠੀਕ ਹੈ, ਹੁਣ ਅਸੀਂ ਮੈਥਮੈਟਿਕਲੀ ਇਹ ਚੀਜ਼ ਪ੍ਰੂਫ ਕਰਨੀ ਹੈ ਕਿ ਵਾਕਈ ਸਮਕੋਣੀ ਤ੍ਰਿਭੁਜ ਦੇ ਵਿੱਚ ਕਰਨ ਦਾ ਵਰਗ ਦੂਜੀਆਂ ਦੋਨੋਂ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਸਮਾਨ ਹੁੰਦਾ ਹੈ। ਠੀਕ ਹੈ, तो ਹੁਣ ਜਿਵੇਂ ਕਿ ਅਸੀਂ ਪਿਛਲੀ ਪ੍ਰਮੇय ਦੇ ਵਿੱਚ ਇਹ ਦੇਖਿਆ ਸੀਗਾ ਕਿ ਕਿਸੇ ਸਮਕੋਣੀ ਤ੍ਰਿਭੁਜ ਦੇ ਵਿੱਚ ਜੇਕਰ ਸਮਕੋਣ ਵਾਲਾ ਜਿਹੜਾ ਸਿਖਰ ਹੈ ਉਹਦੇ ਤੋਂ ਸਾਹਮਣੇ ਵਾਲੀ ਭੁਜਾ ਭਾਵ ਕਰਨ ਦੇ ਉੱਤੇ ਲੰਬ ਖਿੱਚਿਆ ਜਾਂਦਾ ਹੈ ਤਾਂ ਸਾਡੇ ਕੋਲ ਇਹ ਜਿਹੜੀਆਂ ਦੋਨੋਂ ਤ੍ਰਿਭੁਜਾਂ ਬਣਦੀਆਂ ਨੇ ਆਪਸ ਦੇ ਵਿੱਚ ਸਮਰੂਪ ਹੁੰਦੀਆਂ ਨੇ ਤੇ ਇਹ ਦੋਨੋਂ ਤ੍ਰਿਭੁਜਾਂ ਪੂਰੀ ਤ੍ਰਿਭੁਜ ABC ਦੇ ਨਾਲ ਵੀ ਸਮਰੂਪ ਹੁੰਦੀਆਂ ਨੇ। ਠੀਕ ਹੈ, ਤਾਂ ਅਸੀਂ ਇੱਥੇ ਲਿਖ ਸਕਦੇ ਹਾਂ ਕਿ ਤ੍ਰਿਭੁਜ ADB ਸਮਰੂਪ ਹੈ ਤ੍ਰਿਭੁਜ ABC ਦੇ। ਠੀਕ ਹੈ, ठीक है, तो जेकर ADB ਤੇ ABC ਤ੍ਰਿਭੁਜਾਂ ਸਮਰੂਪ ਨੇ ਤਾਂ ਫਿਰ ਇਹਨਾਂ ਦੀਆਂ ਸੰਗਤ ਭੁਜਾਵਾਂ ਦੇ ਜਿਹੜੇ ਅਨੁਪਾਤ ਹੈ ਉਹ ਵੀ ਸਾਡੇ ਕੋਲ ਬਰਾਬਰ ਹੋਣੇ ਚਾਹੀਦੇ ਨੇ। ਤਾਂ ਇਹਦੇ ਵਿੱਚ ਅਸੀਂ ਲਿਖ ਸਕਦੇ ਹਾਂ ਕਿ AD ਇਸ ਤ੍ਰਿਭੁਜ ਦੀ ਭੁਜਾ AD ਤੇ ABC ਤ੍ਰਿਭੁਜ ਦੀ AB ਦਾ ਅਨੁਪਾਤ AD ਵਟਾ AB ਬਰਾਬਰ ਇਸ त्रिभुज का करण जिहड़ा AB है और ABC त्रिभुज का करण AC इन्हां दा अनुपात AB वटा AC। ठीक है, इन्हां दे नावां तो भी असीं देख सकते हैं इस साइड तो जेकर असीं भुजा AD ਲਈ है ठीक है तो इस साइड तो साडे कोल AB बन जाता है। ठीक है, और इस त्रिभुज की असीं भुजा AB ਲਈ है तो इस त्रिभुज की असीं भुजा AC लवांगे। ठीक है, तो AD वटा AB बराबर AB वटा AC ਸਾਡੇ ਕੋਲ ਬਣ ਜਾਂਦਾ ਹੈ। ਇਹਨਾਂ ਨੂੰ ਅਸੀਂ ਇਹਦਾ ਕਾਰਨ ਕੀ ਹੈ ਉਹ ਅਸੀਂ ਲਿਖ ਦਿਆਂਗੇ ਇੱਥੇ ਕਿ ਜੇਕਰ ਤ੍ਰਿਭੁਜਾਂ ਸਾਡੇ ਕੋਲ ਸਮਰੂਪ ਨੇ ਤਾਂ ਸਾਡੇ ਕੋਲ ਜਿਹੜੀਆਂ ਭੁਜਾਵਾਂ ਨੇ ਉਹ ਸਮਾਨ ਅਨੁਪਾਤੀ ਹੋਣਗੀਆਂ। ਠੀਕ ਹੈ, ਭੁਜਾਵਾਂ ਸਮਾਨ ਅਨੁਪਾਤੀ ਹਨ। ठीक है, सो यदि ਅਸੀਂ ਇੱਥੇ ਹੁਣ त्रिशी गुणा करांगे तो AD गुणा AC साढ़े को आ जाएगा AD गुणा AC और AB गुणा AB बन जाएगा। ठीक है, तो ये साढ़े को बन जाता है AD गुणा AC बराबर AB दा वर्ग। ठीक है, AB दा वर्ग इनू असीं समीकरण 1 मान लेंगे। ठीक है, सो इस तो बाद जिवें असीं पहला ADB ते त्रिभुज ABC नू समरूप लिया सी हुण असीं त्रिभुज BDC ਤੇ ABC ਨੂੰ ਸਮਰੂਪ ਲੈ ਕੇ ਅਗਲਾ ਜਿਹੜਾ ਸਟੈਪ ਉਹ ਲਿਖਾਂਗੇ। ਠੀਕ ਹੈ, ਹੁਣ त्रिभुज BDC ਇਹ ਵੀ ਸਾਡੇ ਕੋਲ ਸਮਰੂਪ ਹੋਏਗੀ त्रिभुज ABC ਦੇ। ਠੀਕ ਹੈ, ਇਹ ਕਿਉਂ ਹੋਏਗੀ ਇਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। तो ਇਹਨਾਂ ਦੋਨੋਂ ਤ੍ਰਿਭੁਜਾਂ ਦੇ ਵਿੱਚ BDC ਅਤੇ ABC ਦੇ ਵਿੱਚ ਇਹਨਾਂ ਦੇ ਅਗਰ ਇਹ ਦੋਨੋਂ ਸਮਰੂਪ ਨੇ ਤਾਂ ਸੰਗਤ ਭੁਜਾਵਾਂ ਦੇ ਅਨੁਪਾਤ ਜਿਹੜੇ ਉਹ ਬਰਾਬਰ ਹੋਣਗੇ। तो इथों असीं लवांगे DC वटा BC। ठीक है, DC जिहड़ी वो साडे कोल इस त्रिभुज की भुजा है ते BC असीं क्योंकि इस त्रिभुज का विकर्ण भी है असीं पर ये जिहड़ी BC असीं लिखी है ये BC साडे कोल पूरी ABC त्रिभुज का
त्रिभुज की ये वाली भुजा है। ठीक है, इतों भी तुसीं देख सकते हो अगर असीं ये DC लैने आ तो DC के कोरसपोंडिंग दूजे पासे साडे कोल BC बनता है। ठीक है, तो उस तो बाद BC हुण असीं BC जिहड़ा है वो इस त्रिभुज की जिहड़ी कर्ण है वो लिया है। ठीक है, तो BC तो इधरों साडे कोल बन जाएगा AC, BC वटा AC। ठीक है, DC वटा BC, BC वटा AC। तो इन्हां दी तिरछी गुणा असीं करांगे, साडे कोल बनेगा DC गुणा AC बराबर BC गुणा BC। ठीक है, तो ये बन जाता है अपने को DC गुणा AC बराबर BC का वर्ग। इनू असीं समीकरण 2 मान लैंदे हां। ठीक है, तो हुण समीकरण 1 ਅਤੇ 2 साडे कोले दोनों ने, दोनों का असीं जोड़फल करांगे। समीकरण 1 ਅਤੇ 2 नूं जोड़न ते समीकरण 1 ਅਤੇ 2 ਨੂੰ ਜੋੜਨ ਤੇ ਤੋਂ ਖੱਬਾ ਪਾਸਾ ਅਸੀਂ ਖੱਬੇ ਪਾਸੇ ਦੇ ਵਿੱਚ ਜੋੜਾਂਗੇ, ਸੱਜਾ ਪਾਸਾ ਦੋਨੋਂ ਸਮੀਕਰਨਾਂ ਦਾ ਉਹ ਆਪਸ ਦੇ ਵਿੱਚ ਜੋੜ ਦਿਆਂਗੇ। ਠੀਕ ਹੈ, ਤਾਂ ਇਹ ਸਾਡੇ ਕੋਲ ਬਣੇਗਾ AD ਗੁਣਾ AC ਜਮਾ DC ਗੁਣਾ AC। AD गुणा AC जमा DC गुणा AC। ठीक है, तो सज्जे पासे साडे कोल आ जाएगा AB का वर्ग जमा BC का वर्ग। ठीक है, AB का वर्ग जमा BC का वर्ग। तो खब्बे पासे हुण असीं देख सकते हैं कि दोनों जिहड़े साडे कोल पद ने, दोनों टर्म्स ने, इन्हां दे विच AC जिहड़ा है वो साझा कढिया जा सकदा है। तो AC ਨੂੰ ਜੇਕਰ ਅਸੀਂ ਸਾਂਝਾ ਲਿਖਾਂਗੇ ਇੱਧਰ ਸਾਡੇ ਕੋਲ AD ਬਚੇਗਾ, AD ਜਮਾ DC गुणा AC और ये बराबर साडे कोल आ जाएगा AB का वर्ग जमा BC का वर्ग। ठीक है, तो AD जमा DC ਆਪਾਂ ਚਿੱਤਰ ਦੇ ਵਿੱਚ ਦੇਖ ਸਕਦੇ ਹਾਂ ਤ੍ਰਿਭੁਜ ਦੇ ਵਿੱਚ AD ਤੇ DC ਦਾ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ ਭੁਜਾ AC ਬਣਦਾ ਹੈ। तो ये साडे कोल हो जाएगा AC गुणा AC बराबर AB का वर्ग जमा BC का वर्ग। ठीक है, AC गुणा AC ये साडे कोल AC का वर्ग बन जाएगा। तो AC का वर्ग बराबर AB का वर्ग जमा BC का वर्ग। तो ये साडे कोल यही वो रिजल्ट है, वही नतीजा है जिहड़ा कि असीं इस त्रिभुज दे विच, इस प्रमेय दे विच सिद्ध करना सी। ठीक है, AC का वर्ग बराबर AB का वर्ग जमा BC का वर्ग। ठीक है, तो इस ढंग दे नाल आपां इहनूं सिद्ध कर सकते हैं। तो अखीर दे विच असीं इत्थे लिख देंगे इस तो सिद्ध हुंदा है कि इस तो सिद्ध हुंदा है कि समकोणी त्रिभुज विच कर्ण दा वर्ग, कर्ण दा भाव है कि 90 डिग्री जिस शिखर ते कोण बनता है उसके सामने वाली भुजा, कर्ण दा वर्ग दूजियां दोनों भुजावां दे दूजियां दोनों भुजावां दे वर्गां दे जोड़ दे समान हुंदा है। जोड़ दे समान हुंदा है। ठीक है, तो ਇਹਦੇ ਵਿੱਚ ਸਾਡੇ ਕੋਲ ਬਹੁਤ ਇੰਪੋਰਟੈਂਟ ਫਾਰਮੂਲਾ ਜਿਹੜਾ ਜਿਹਨੂੰ ਉਹ ਵੀ ਅਸੀਂ ਲਿਖ ਲੈਨੇ ਆ। तो ये ਸਾਡੇ ਕੋਲ ਬਣ ਜਾਂਦਾ, ਇਹਨੂੰ ਇਸ ਢੰਗ ਦੇ ਨਾਲ ਵੀ ਲਿਖਿਆ ਜਾ ਸਕਦਾ ਹੈ कर्ण ਦਾ वर्ग बराबर आधार का वर्ग जमा लंब का वर्ग। ठीक है, तो AC साडे कोल कर्ण है, तो AB ते BC ਦੇ ਵਿੱਚੋਂ ਇੱਕ ਸਾਡੇ ਕੋਲ ਆਧਾਰ ਹੋਏਗਾ, ਦੂਜਾ ਸਾਡੇ ਕੋਲ ਲੰਬ ਹੋਏਗਾ। ਠੀਕ ਹੈ, तो ਇਸ ਢੰਗ ਦੇ ਨਾਲ ਜੇਕਰ ਤੁਸੀਂ ਇਸ ਥਿਊਰਮ ਨੂੰ, ਪੂਰੀ ਪ੍ਰਮੇय ਨੂੰ ਹਰ ਇੱਕ ਸਟੈਪ ਇਹਦਾ ਬੜੇ ਧਿਆਨ ਦੇ ਨਾਲ ਲਿਖੋਗੇ ਤਾਂ ਕੋਈ ਕਾਰਨ ਨਹੀਂ ਹੈ ਕਿ ਤੁਹਾਡਾ ਨੰਬਰ ਜਿਹੜਾ ਅੰਕ ਜਿਹੜੇ ਉਹ ਕਿਤੋਂ ਘੱਟ ਹੋ ਜਾਣਗੇ। ਠੀਕ ਹੈ ਵਿਦਿਆਰਥੀਓ, तो ਹੁਣ ਇਸੇ ਪ੍ਰਮੇय ਦੇ ਉੱਤੇ ਆਧਾਰਿਤ ਕੁਝ ਸਵਾਲ ਅਸੀਂ ਕਰਾਂਗੇ। ਠੀਕ ਹੈ,
तो सवाल ਤੁਸੀਂ ਦੇਖ ਸਕਦੇ ਹੋ, ਕੁਝ ਤ੍ਰਿਭੁਜਾਂ ਦੀਆਂ ਭੁਜਾਵਾਂ ਹੇਠਾਂ ਦਿੱਤੀਆਂ ਗਈਆਂ ਹਨ, ਨਿਰਧਾਰਿਤ ਕਰੋ ਕਿ ਇਹਨਾਂ ਵਿੱਚੋਂ ਕਿਹੜੀ ਤ੍ਰਿਭੁਜ ਸਮਕੋਣ ਤ੍ਰਿਭੁਜ ਹੈ। ਇਸ ਸਥਿਤੀ ਵਿੱਚ ਕਰਨ ਦੀ ਲੰਬਾਈ ਵੀ ਲਿਖੋ। ਠੀਕ ਹੈ, ਸਾਡੇ ਕੋਲ ਦੋ ਤ੍ਰਿਭੁਜਾਂ ਦੀਆਂ ਭੁਜਾਵਾਂ ਦੀਆਂ ਲੰਬਾਈਆਂ ਜਿਹੜੀਆਂ ਇੱਥੇ ਦਿੱਤੀਆਂ ਗਈਆਂ ਨੇ, ਤੁਸੀਂ ਦੇਖ ਸਕਦੇ ਹੋ। तो पहला जिहड़ा सवाल है साडे कोल, इहदे विच त्रिभुज की एक लंबाई साडे कोल 7 सेंटीमीटर है, दूजी 24 सेंटीमीटर है, तीजी साडे कोल 25 सेंटीमीटर है। ठीक है, तो मान लेने कि जिहड़ियां भुजावां ने साडे कोल ABC त्रिभुज दीयां भुजावां ने। ठीक है, मान लो त्रिभुज ABC विच AB बराबर 7 सेंटीमीटर, BC बराबर 24 सेंटीमीटर ਅਤੇ AC बराबर 25 सेंटीमीटर है। ठीक है, ਹੁਣ ਜੇਕਰ ਇਹ ਭੁਜਾਵਾਂ ਸਮਕੋਣੀ ਤ੍ਰਿਭੁਜ ਦੀਆਂ ਹਨ ਤਾਂ ਇਹਦੇ ਵਿੱਚ ਇੱਕ ਭੁਜਾ ਦਾ ਵਰਗ ਭਾਵ ਕਰਨ ਦਾ ਵਰਗ ਦੂਜੀਆਂ ਦੋਨੋਂ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਸਮਾਨ ਹੋਣਾ ਚਾਹੀਦਾ ਹੈ। ਤ੍ਰਿਭੁਜ ਦੇ ਵਿੱਚ ਸਮਕੋਣੀ ਤ੍ਰਿਭੁਜ ਵਿੱਚ ਸਭ ਤੋਂ ਵੱਡਾ ਜਿਹੜਾ ਉਹ ਸਾਡੇ ਕੋਲ ਕਰਨ ਹੁੰਦਾ ਹੈ, ਕਰਨ ਦੀ ਲੰਬਾਈ ਸਭ ਤੋਂ ਜ਼ਿਆਦਾ ਹੁੰਦੀ ਹੈ। ਤਾਂ AC ਜਿਹੜਾ ਇਹਦੇ ਵਿੱਚ ਕਰਨ ਹੋ ਸਕਦਾ ਹੈ, ਪਰ ਉਹਦੇ ਤੋਂ ਪਹਿਲਾਂ ਸਾਨੂੰ ਇਹ ਚੈੱਕ ਕਰਨਾ ਪਏਗਾ ਕਿ AC ਦਾ ਜਿਹੜਾ ਵਰਗ ਹੈ ਦੂਜੀਆਂ ਦੋਨੋਂ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਸਮਾਨ ਹੈ ਜਾਂ ਨਹੀਂ। ਠੀਕ ਹੈ, ਤਾਂ ਇਹਦੇ ਵਿੱਚ AB ਦਾ ਵਰਗ ਅਸੀਂ ਪਹਿਲਾਂ ਕਰਦੇ ਹਾਂ। तो AB ਦਾ ਵਰਗ ਸਾਡੇ ਕੋਲ ਹੋ ਜਾਏਗਾ 7 ਦਾ ਵਰਗ ਭਾਵ 7 7 49। ਇਸ ਤੋਂ ਬਾਅਦ BC ਦਾ ਵਰਗ ਭਾਵ 24 ਦਾ ਵਰਗ, ਇਹ ਸਾਡੇ ਕੋਲ ਹੋ ਜਾਏਗਾ 24 ਨੂੰ 24 ਨਾਲ ਅਸੀਂ ਕਰਦੇ ਹਾਂ ਗੁਣਾ ਤੇ 576 ਸਾਡੇ ਕੋਲ ਬਣੇਗਾ। ਇਸ ਤੋਂ ਬਾਅਦ AC ਦਾ ਵਰਗ ਸਾਡੇ ਕੋਲ ਹੈ 25 ਦਾ ਵਰਗ, 25 ਉਹ 25 ਆ ਸਾਡੇ ਕੋਲ ਇਹ ਹੁੰਦੇ ਨੇ 625। ਠੀਕ ਹੈ, तो ਹੁਣ AB ਤੇ AC, AB ਤੇ BC ਦੇ ਜਿਹੜੇ ਵਰਗ ਨੇ ਉਹਨਾਂ ਨੂੰ ਜੋੜ ਕੇ ਅਸੀਂ ਦੇਖਦੇ ਹਾਂ ਕਿ ਜੇਕਰ ਉਹ AC ਦੇ ਵਰਗ ਦੇ ਸਮਾਨ ਹੋ ਜਾਂਦੇ ਨੇ ਤਾਂ ਫਿਰ ਇਹ ਸਾਡੇ ਕੋਲ ਤ੍ਰਿਭੁਜ ਜਿਹੜੀ ਹੈ ਸਮਕੋਣੀ ਤ੍ਰਿਭੁਜ ਬਣ ਜਾਂਦੀ ਹੈ। ਠੀਕ ਹੈ, तो AB स्क्वायर प्लस BC स्क्वायर, AB ਦਾ ਵਰਗ ਜਮਾ BC ਦਾ ਵਰਗ ਬਰਾਬਰ 49 ਜਮਾ 576। तो 49 ਤੇ 576 ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ 625 ਜਿਹੜਾ ਉਹ ਬਣਦਾ ਹੈ। ਤੁਸੀਂ ਦੇਖ ਸਕਦੇ ਹੋ 9 6 15 ਹੋਣਗੇ ਸਾਡੇ ਕੋਲ, 1 7 1 8 8 4 12 12 ਦਾ 2 ਇੱਥੇ ਲਿਖਾਂਗੇ, 1 ਹਾਸਲ 5 ਤੇ 6। ਠੀਕ ਹੈ, तो 625 ਸਾਡੇ ਕੋਲ AC ਦਾ ਵਰਗ ਹੈ। ठीक है, तो इस तो सानू ये पता चलता है कि दोनों भुजावां दे वर्गां दा जोड़ तीजी भुजा भाव करण दे वर्ग दे बराबर है, इसलिए ये जिहड़ियां भुजावां ने ये समकोणी त्रिभुज दीयां भुजावां हन। इसलिए 7 सेंटीमीटर 24 सेंटीमीटर ਅਤੇ 25 सेंटीमीटर समकोणी त्रिभुज दीयां भुजावां हन। ठीक है, और ਇਹਦੇ ਵਿੱਚ ਕਰਨ ਜਿਹੜਾ ਹੈ ਉਹ ਸਾਡੇ ਕੋਲ AC ਹੈ, ਕਰਨ ਦੀ ਜਿਹੜੀ ਲੰਬਾਈ ਹੈ ਉਹ ਸਾਡੇ ਕੋਲ 25 सेंटीमीटर है। ठीक है, तो 25 सेंटीमीटर ਕਰਨ ਦੀ ਲੰਬਾਈ ਹੈ। ठीक है विद्यार्थियों, इस तो बाद अगला जिहड़ा सवाल है, अगलियां भुजावां सानू दित्तियां ने 3 सेंटीमीटर 8 सेंटीमीटर ਤੇ 6 सेंटीमीटर। ਇਹਦੇ ਵਿੱਚ ਸਭ ਤੋਂ ਵੱਡੀ ਭੁਜਾ ਜਿਹੜੀ 8 ਹੈ, तो 8 ਜਿਹੜਾ ਇਹਦਾ ਕਰਨ ਹੋ ਸਕਦਾ ਹੈ, पर उस तो पहला सानू ये सिद्ध करना पड़ेगा कि समकोणी त्रिभुज है। ठीक है, चेक करना पड़ेगा है या नहीं है। तो आओ इसी ढंग दे नाल असीं लिखते हैं 3 8 ते 6। तो दूजा भाग, मान लो त्रिभुज ABC विच AB बराबर 3 सेंटीमीटर, BC बराबर 6 सेंटीमीटर ਅਤੇ AC बराबर 8 सेंटीमीटर। ठीक है, ये तीनों भुजावां सन साडे कोल 3 6 ਤੇ 8 ਅਸੀਂ ਲੈ ਲਈਆਂ ਨੇ। ठीक है, तो ਹੁਣ ਅਸੀਂ ਤਿੰਨਾਂ ਦਾ ਵਰਗ ਪਹਿਲਾਂ ਕਰਾਂਗੇ। AB ਦਾ ਵਰਗ ਸਾਡੇ ਕੋਲ ਹੋ ਜਾਏਗਾ 3 ਦਾ ਵਰਗ ਬਰਾਬਰ 9, BC ਦਾ ਵਰਗ ਸਾਡੇ ਕੋਲ ਹੋ ਜਾਏਗਾ 6 ਦਾ ਵਰਗ ਬਰਾਬਰ 36 और AC ਦਾ ਵਰਗ ਸਾਡੇ ਕੋਲ ਹੋ ਜਾਏਗਾ ਭਾਵ 8 ਦਾ ਵਰਗ 8 8 64। ठीक है,
तो ਇਹਦੇ ਵਿੱਚ ਦੇਖਦੇ ਹਾਂ ਅਸੀਂ AB ਤੇ BC ਦਾ ਵਰਗ ਦਾ ਵਰਗਾਂ ਦਾ ਜੋੜ ਹੈ ਸਾਡੇ ਕੋਲੋਂ ਕਿੰਨਾ ਬਣਦਾ ਹੈ। AB ਦਾ ਵਰਗ ਜਮਾ BC ਦਾ ਵਰਗ, ਇਹ ਸਾਡੇ ਕੋਲ ਬਣੇਗਾ 9 ਜਮਾ 36 और 9 ਤੇ 36 ਦਾ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ ਬਣੇਗਾ 45। ਠੀਕ ਹੈ, तो ਅਸੀਂ ਦੇਖ ਸਕਦੇ ਹਾਂ ਇਹ AC ਦੇ ਵਰਗ ਦੇ ਜੋੜ ਦੇ ਸਮਾਨ नहीं है। ठीक है, नहीं है इसलिए ये साडे कोल समकोणी त्रिभुज नहीं होगी। सो 3 सेंटीमीटर 8 सेंटीमीटर ਅਤੇ 6 सेंटीमीटर समकोणी त्रिभुज ਦੀਆਂ ਭੁਜਾਵਾਂ नहीं ਹਨ। समकोणी त्रिभुज ਦੀਆਂ ਭੁਜਾਵਾਂ नहीं ਹਨ। ठीक है स्टूडेंट्स, तो इस ढंग ਦੇ ਨਾਲ ਆਪਾਂ ਇਹੋ ਜਿਹੇ ਸਵਾਲ ਜਿਹੜੇ ਉਹ ਪਾਇਥਾਗੋਰਸ ਥਿਊਰਮ ਦੀ ਵਰਤੋਂ ਕਰਕੇ ਕਰ ਸਕਦੇ ਹਾਂ। ਸੋ ਇਸੇ ਢੰਗ ਦੇ ਨਾਲ ਅਗਲਾ ਸਵਾਲ ਅਸੀਂ ਦੇਖਦੇ ਹਾਂ ABC ਇੱਕ ਸਮਦੋਭੁਜੀ त्रिभुज है जिसका कोण C समकोण है, सिद्ध करो कि AB स्क्वायर बराबर सिद्ध करो कि AB ਦਾ ਵਰਗ ਬਰਾਬਰ 2 ਗੁਣਾ AC ਦਾ ਵਰਗ ਹੈ। ठीक है, तो ਇਹਦੇ ਲਈ ਅਸੀਂ ਪਹਿਲਾਂ ਡਾਇਗਰਾਮ ਜਿਹੜੀ ਉਹ ਬਣਾ ਲੈਂਦੇ ਹਾਂ। ठीक है, तो ये साडे कोल त्रिभुज है ABC A B C ਜਿਹਦੇ ਵਿੱਚ C ਤੇ ਸਮਕੋਣ ਜਿਹੜਾ ਬਣ ਰਿਹਾ ਸਾਡੇ ਕੋਲ। ਠੀਕ ਹੈ, तो ਇਹਨੂੰ ਅਸੀਂ ਦੇਖਦੇ ਹਾਂ ਕਿਵੇਂ ਹੱਲ ਕਰਨਾ ਹੈ। त्रिभुज ABC एक समदोभुजी त्रिभुज है जिस विच कोण C ਜਿਹੜਾ ਹੈ ਸਾਡੇ ਕੋਲ 90 ਡਿਗਰੀ ਹੈ ਅਤੇ AC ਤੇ BC ਦੀ ਜਿਹੜੀ ਲੰਬਾਈ ਹੈ ਸਾਡੇ ਕੋਲ ਬਰਾਬਰ ਹੈ। ਠੀਕ ਹੈ, ਕਿਉਂਕਿ ਦੋਨੋਂ ਇਹ ਸਮਦੋਭੁਜੀਆਂ ਕਿਉਂਕਿ ਇਹ ਸਮਦੋਭੁਜੀ त्रिभुज है तो ਇਹ ਜਿਹੜੀਆਂ अगर कोई समकोण त्रिभुज समਦੋਭੁਜੀ त्रिभुज है तो ਉਹਦੇ ਵਿੱਚ ਇਹ ਪੱਕਾ ਹੁੰਦਾ ਕਿ ਉਹਦਾ ਲੰਬ ਅਤੇ ਆਧਾਰ ठीक है आधार ਅਤੇ ਲੰਬ दोनों बराबर ਹੋਣਗੇ। ठीक है, तो AC बराबर ਸਾਡੇ ਕੋਲ BC ਜਿਹੜਾ ਉਹ ਬਣ ਜਾਂਦਾ है। ठीक है, तो ਹੁਣ ਪਾਇਥਾਗੋਰਸ ਥਿਊਰਮ ਅਨੁਸਾਰ ਪਾਇਥਾਗੋਰਸ ਥਿਊਰਮ ਅਨੁਸਾਰ ਸਾਡੇ ਕੋਲ ਕੀ ਹੋਏਗਾ AB ਦਾ ਵਰਗ ਬਰਾਬਰ AC ਦਾ ਵਰਗ ਜਮਾ BC ਦਾ ਵਰਗ। ठीक है, ਭਾਵ ਕਰਨ ਦਾ ਵਰਗ ਬਰਾਬਰ ਲੰਬ ਦਾ ਵਰਗ ਜਮਾ ਆਧਾਰ ਦਾ ਵਰਗ ਜਾਂ ਆਧਾਰ ਦਾ ਵਰਗ ਜਮਾ ਲੰਬ ਦਾ ਵਰਗ ਅਸੀਂ ਲਿਖ ਸਕਦੇ ਹਾਂ। तो ਇਹਦੇ ਵਿੱਚ ਕਿਉਂਕਿ ਹੁਣ AC ਤੇ BC ਦੀ ਜਿਹੜੀ ਲੰਬਾਈ ਹੈ ਉਹ ਸਾਡੇ ਕੋਲ ਬਰਾਬਰ ਹੈ ਤਾਂ ਅਸੀਂ BC ਦੀ ਜਗ੍ਹਾ ਤੇ ਲਿਖ ਸਕਦੇ ਹਾਂ AC। ਠੀਕ ਹੈ, BC ਦੀ ਜਗ੍ਹਾ ਤੇ ਅਸੀਂ AC ਇੱਥੇ ਭਰ ਦੇਵਾਂਗੇ। it implies AB ਦਾ ਵਰਗ ਬਰਾਬਰ AC ਦਾ ਵਰਗ ਜਮਾ AC ਦਾ ਵਰਗ। ठीक है, तो इतने ਅਸੀਂ ਲਿਖ ਦਿੰਦੇ ਹਾਂ क्योंकि ਜਿਹੜਾ BC है ਸਾਡੇ ਕੋਲ ਇਹ AC ਦੇ ਹੀ ਸਮਾਨ है। ठीक है, तो ये ਸਾਡੇ ਕੋਲ ਬਣ ਜਾਏਗਾ AB ਦਾ ਵਰਗ ਬਰਾਬਰ 2 गुना AC ਦਾ ਵਰਗ। ठीक है ना, AC स्क्वायर प्लस AC स्क्वायर ये ਸਾਡੇ ਕੋਲ 2AC स्क्वायर हो जाएगा। ठीक, तो यही ਅਸੀਂ ਇਹਦੇ ਚ ਸਿੱਧ ਕਰਨਾ ਸੀ। सिद्ध किया। ठीक है स्टूडेंट्स, सो विद्यार्थियों ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਅਸੀਂ ਪਾਇਥਾਗੋਰਸ ਥਿਊਰਮ ਨੂੰ ਯੂਜ਼ ਕਰਕੇ ਇਸ ਤਰ੍ਹਾਂ ਦੇ ਸਵਾਲ ਜਿਹੜੇ ਉਹ ਹੱਲ ਕਰ ਸਕਦੇ।
ਸੋ ਮੈਨੂੰ ਉਮੀਦ ਹੈ ਕਿ ਅੱਜ ਦੇ ਲੈਸਨ ਨੂੰ ਤੁਸੀਂ ਬਹੁਤ ਚੰਗੇ ਢੰਗ ਦੇ ਨਾਲ ਸੁਣਿਆ ਹੋਵੇਗਾ ਤੇ ਸਮਝਿਆ ਹੋਵੇਗਾ। ਅੱਜ ਜੋ ਅਸੀਂ ਪ੍ਰਮੇय ਕੀਤੀ ਹੈ ਪਾਇਥਾਗੋਰਸ ਪ੍ਰਮੇय, ਉਹ ਤੁਹਾਨੂੰ ਜ਼ਰੂਰ ਸਮਝ ਆਈ ਹੋਏਗੀ। ਉਹਦੇ ਤੇ ਬੇਸ ਜਿਹੜੇ ਅਸੀਂ ਸਵਾਲ ਕੀਤੇ ਨੇ ਉਹ ਵੀ ਤੁਸੀਂ ਨੋਟ ਕੀਤੇ ਹੋਣਗੇ ਤੇ ਸਮਝੇ ਹੋਣਗੇ। ਠੀਕ ਹੈ ਸਟੂਡੈਂਟਸ, ਤਾਂ ਅੱਜ ਦੇ ਲਈ ਇੰਨਾ ਹੀ। ਫਿਰ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ, ਅਗਲੇ ਲੈਸਨ ਦੇ ਵਿੱਚ, ਅਗਲੇ ਕਨਸੈਪਟ ਦੇ ਨਾਲ ਫਿਰ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।